ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ। ਸ਼੍ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥਿਆ ਨਾ ਜਾਹੇ, ਜੇ ਕੋ ਕਹਿ ਪਿਛੈ ਪਛੁਤਾਹੇ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ ਦਇਆ ਸਿੰਧ ਕਿਰਪਾ ਨਿਧ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਇਸ ਪਾਵਨ ਅਸਥਾਨ 'ਤੇ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰ ਰਹੇ ਹੋ। ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਇਸ ਵਕਤ ਇਸ ਸਮੇਂ ਕਿਸੇ ਰੋਗ ਕਰਕੇ, ਕਿਸੇ ਬਿਮਾਰੀ ਕਰਕੇ, ਕਿਸੇ ਮੁਸ਼ਕਲ ਕਰਕੇ ਸੰਸਾਰ ਵਿੱਚ ਗ੍ਰਸੇ ਨੇ, ਔਰ ਸਮਾਂ ਸਰੀਰ ਕਰਕੇ ਉਹਨਾਂ ਦਾ ਵੀ ਲੰਘ ਰਿਹਾ ਹੈ। ਕੁਝ ਲੋਕ ਮਜਬੂਰੀ ਵਸ ਉਹਨਾਂ ਰੋਗ ਤੇ ਦੁੱਖ ਭੋਗਣ ਵਾਲੇ ਜੋ ਪੇਸ਼ੈਂਟ ਹਸਪੀਟਲਾਂ ਵਿੱਚ ਐਡਮਿਟ ਨੇ, ਆਪਣਾ ਫਰਜ਼ ਨਿਭਾਉਣ ਲਈ ਉਹਨਾਂ ਦੀ ਟੇਕ ਕੇਅਰ ਵਾਸਤੇ ਉੱਪਰ ਸੇਵਾ ਕਰ ਰਹੇ ਨੇ। ਸਮਾਂ ਉਹਨਾਂ ਦਾ ਵੀ ਲੰਘ ਰਿਹਾ। ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਸੰਸਾਰ ਦੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੁਨੀਆ ਖਚਤ ਹੈ। ਸਮਾਂ ਉਹਨਾਂ ਦਾ ਵੀ ਲੰਘ ਰਿਹਾ, ਤੇ ਸਮਾਂ ਸਰੀਰ ਕਰਕੇ, ਸਵਾਸ ਕਰਕੇ ਆਪਣਾ ਵੀ ਲੰਘ ਰਿਹਾ। ਆਪਾਂ ਸਤਿਗੁਰ ਦੇ ਚਰਨਾਂ ਵਿੱਚ ਬੈਠੇ ਹਾਂ, ਤਾਂ ਕੀ ਇਸ ਗੱਲ ਦਾ ਕੋਈ ਲਾਭ ਹੈ ਆਪਾਂ ਨੂੰ? ਉਹ ਸੰਸਾਰ ਦੇ ਲੋਕ ਜਿਹੜੇ ਸੰਸਾਰ ਦੇ ਕੰਮਾਂ ਵਿੱਚ ਖਚਤ ਨੇ, ਆਪਾਂ ਵੀ ਸੰਸਾਰੀ ਹਾਂ, ਪਰ ਸਤਿਗੁਰ ਨੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਬਿਠਾਇਆ ਹੈ, ਤਾਂ ਕੀ ਇੱਥੇ ਬਹਿਣ ਦਾ ਕੋਈ ਲਾਭ, ਕੋਈ ਬੈਨੀਫਿਟ ਹੈ ਆਪਾਂ ਨੂੰ? ਅੱਜ ਸਤਿਗੁਰ ਜੀ ਜੋ ਬਖਸ਼ਿਸ਼ ਕਰ ਰਹੇ ਹਨ, ਗੁਰੂ ਦੇ ਕੋਲ ਬੈਠਣ ਦੇ ਨਾਲ ਇੱਕ ਘਾੜਤ ਘੜੀ ਜਾਏਗੀ, ਔਰ ਹਮੇਸ਼ਾ ਘੜੀ ਹੋਈ ਚੀਜ਼ ਹੀ ਸੰਸਾਰ ਵਿੱਚ ਪੂਜਨੀਕ, ਸ਼ੋਭਨੀਕ ਤੇ ਸਨਮਾਨਯੋਗ ਹੈ। ਜਿੰਨੀ ਦੇਰ ਉਹ ਘੜਤ ਤੋਂ ਰਹਿਤ ਹੈ, ਘੜੀ ਨਹੀਂ ਗਈ, ਅੰਨ ਘੜਤ ਹੈ, ਉਨੀ ਦੇਰ ਉਹਦੀ ਵੈਲਿਊ ਨਹੀਂ ਪੈਂਦੀ। ਸੰਸਾਰੀ ਤੌਰ 'ਤੇ ਸੋਨਾ ਆਪਣੇ ਆਪ ਵਿੱਚ ਕੀਮਤ ਰੱਖਦਾ, ਪਰ ਜਿੰਨੀ ਦੇਰ ਸੋਨਾ ਸੁਨਿਆਰ ਦੇ ਹੱਥੋਂ ਘੜਿਆ ਨਾ ਜਾਏ, ਉਨੀ ਦੇਰ ਉਹ ਸ਼ਿੰਗਾਰ ਦਾ ਰੂਪ ਨਹੀਂ ਬਣਦਾ। ਉਹਨੂੰ ਸਨਮਾਨ ਤੇ ਮਾਣ ਔਰ ਪੂਜਨਿਕ ਰੂਪ ਵਿੱਚ ਪਹਿਨਿਆ ਨਹੀਂ ਜਾ ਸਕਦਾ। ਦੁਨੀਆ ਵਿੱਚ ਸੋਨਾ ਉਹੀਓ ਮਾਣ ਪਾਉਂਦਾ ਜਿਹੜਾ ਸੁਨਿਆਰ ਦੇ ਹੱਥੋਂ ਘੜਿਆ ਜਾਵੇ। ਹੈ ਤੇ ਦੂਜੇ ਸੋਨੇ ਦੀ ਵੀ ਕੀਮਤ, ਪਰ ਜਦੋਂ ਉਹ ਘੜਿਆ ਜਾਵੇ
ਤਾਂ ਉਹ ਦੁਨੀਆ ਵਿੱਚ ਸ਼ਿੰਗਾਰ ਦਾ ਰੂਪ ਬਣਦਾ ਹੈ, ਸਨਮਾਨ ਤੇ ਸਤਿਕਾਰ ਦਾ ਰੂਪ ਉਹਨੂੰ ਮਿਲਦਾ। ਆਮ ਮਿੱਟੀ ਪਈ ਹੋਵੇ ਉਹਦੀ ਇੰਨੀ ਕੀਮਤ ਨਹੀਂ ਹੈ, ਪਰ ਜਦੋਂ ਮਿੱਟੀ ਦਾ ਬਰਤਨ ਘੜਿਆ ਜਾਏ, ਕੁਮਹਾਰ ਉਹਨੂੰ ਚੱਕ ਉੱਤੇ ਘੁਮਿਆਰ ਘੜ ਕੇ ਕਿਸੇ ਬਰਤਨ ਦਾ ਰੂਪ ਦਿੰਦਾ ਹੈ, ਫਿਰ ਉਹ ਬਰਤਨ ਸਾਂਭ ਕੇ ਰੱਖਣ ਯੋਗ ਸਨਮਾਨਯੋਗ ਬਣ ਜਾਂਦਾ ਹੈ। ਕਹਿਣ ਤੋਂ ਭਾਵ ਦੁਨੀਆ ਵਿੱਚ ਹਰ ਘੜੀ ਹੋਈ ਚੀਜ਼ ਸਨਮਾਨ ਤੇ ਮਾਣ ਪਾਉਂਦੀ ਹੈ। ਇੱਕ ਉਰਦੂ ਦਾ ਸ਼ਾਇਰ ਲਿਖਦਾ ਹੈ ਕਿ ਜਿੰਨੀ ਦੇਰ ਪੱਥਰ ਘੜਿਆ ਨਹੀਂ ਸੀ ਗਿਆ, ਉਨੀ ਦੇਰ ਉਹਦੀ ਵੈਲਿਊ, ਉਹਦੀ ਕੀਮਤ, ਉਹਦਾ ਮਾਣ ਸਨਮਾਨ ਨਹੀਂ ਸੀ। ਜਿੱਦਣ ਉਹ ਕਿਸੇ ਸ਼ਿਲਪਕਾਰ ਦੇ ਹੱਥੋਂ ਘੜਿਆ ਜਾਂਦਾ ਹੈ, ਉਹਨੂੰ ਕੋਈ ਤਰਾਸ਼ਕਾਰ ਘੜ ਕੇ ਸੰਸਾਰ ਦੇ ਸਾਹਮਣੇ ਮੂਰਤੀ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਇਹ ਸੱਚ ਹੈ। ਉਦਣ ਆਮ ਪੱਥਰ ਵੀ ਦੁਨੀਆ ਵਿੱਚ ਭਗਵਾਨ ਬਣ ਕੇ ਪੂਜੇ ਜਾਂਦੇ, ਕਿਉਂਕਿ ਉਹਨੂੰ ਕਿਸੇ ਨੇ ਘੜ ਦਿੱਤਾ। ਉਹ ਉਰਦੂ ਦਾ ਸ਼ਾਇਰ ਲਿਖਦਾ ਹੈ, ਸ਼ਾਬਾਸ਼ ਬੁੱਤੋ ਕਿਆ ਖੂਬ ਤਰੱਕੀ ਕੀ, जब तराशे ना थे तो पत्थर थे, अब तराशे गए तो भगवान बन बैठे। कहण तो भाव जिन्नी देर घड़िया नहीं सी, वो मामूली पत्थर सी, जिदन किसी घाड़तकार ने उन्होंने घड़ के मूर्ति का रूप दिता, उदन मंदिर विचों पूजन योग हो गया। इहो गल सहब समझाउंदे ने, ए इंसान तुम गुरु की संगत विच आके घड़िया जाएगा। गुरु दे कोल बैठ के गुरु दे शब्द की चोट नाल संगत विच सेवा सिमरन की चोट विच तेरा जीवन घड़िया जाएगा। ते घड़िया होया ही प्रवान है, और ये सतगुर की नदर हो जाए तो एक पल विच घड़ देण, ते जे नदर और किरपा दे पात्र ना बनीए तो कई साल भी लग सकते। सतगुर जी ने बाणी अंदर बचन किया, महाराज घड़िया होया बंदा की बन जाएगा, रहेगा तो बंदा ही रहेगा, तो इंसान ओदियां दोए अखां होणगियां, दोए कन होणगे, जेबा होएगी, संसारियां दी तरह पहनेगा, संसारियां दी तरह खावेगा, संसारियां दी तरह परिवार विच रहेगा। महाराज घड़े होए दी निशानी की होएगी? फिर साहब कहंदे जदों सतगुरु घड़ दिंदे ने, उदों पशुआं तो, प्रेतां तो, मनुखां तो, नरां तो सतगुरु जीवन बदल के देवतियां वाला बना देंदे ने। ये गल किते लिखी हुई ते श्लोक तुहाडी रसना ते वसिया होया, जिथे साहब कहंदे ने, बलिहारी गुर अपने दिहाड़ी सदवार, जिन मानस ते देवते किए करत न लागी बार। वो मानस तो देवते बना दिंदा है। ये मेरे सच्चे सतगुर की समर्था है, ते सच है गुरु की संगत विच आके जीवन घड़िया जाना। अज धन गुरु नानक देव महाराज जी बख्शिश कर रहे ने। एक खंड की विचार तुसीं सुन चुके हो। 5 खंडां विचों पहला खंड है धर्म खंड। अज दूसरे और तीसरे खंड की गल साहब ने इक्को पौड़ी विच कीती। 2 नंबर ते इस खंड का नाम है ज्ञान खंड, ते तीजा खंड फिर तुहानूं पढ़न वास्ते मिलेगा जो गुरु नानक देव महाराज बख्शिश करदे शर्म खंड। ये दोवां खंडां दी विचार विच अज आपां अपनी सुरत जोड़नी आ। इत्थे खंड का भाव है जीवन की अवस्था बदल जानी, उस मुकाम ते उस पदवी ते पहुँच जाना जिथे मन बुद्ध सुरत मनुखी रूप के अंदर घड़ी जाती है, तो घड़िया होया उस परमात्मा नूं प्रवान हुंदा है। आओ गुरु चरनां विच अरदास करिए, जिथे सतगुर जी ने सानूं जुड़ बैठण दा समां बख्शिया है। नाल मंग करियो पातशाह, तन करके ना कल्ला बिठायो, मन करके जोड़ लियो, तां जो थोड़ा बहुता जीवन घड़िया जाए। जे मन विच अजे अपने मैलियां विचारां ने, इट मीनस अजे जीवन घड़िया नहीं गया। बाहरों आपां पहरावा जरूर गुरु का बाणा पाया, ये सच है, गुरु बाणे की लाज रखदा है, पर सिखा तू गुरु अगे अरदास कर, तैनूं जे गुरु ने बाहरों रहत दिती, किते तेरा मन भी उस रहत विच घड़िया जाए। जिदन तू सुरती करके घड़िया जाएगा, उदन सृष्टि विचों तेरी सुरत उठेगी, ते सृष्टि दे रचनहार विच समा जाएगी। उहदे वास्ते गुरु चरनां विच अरदास करियो। एक बार मिल के ध्यान धरो अंदरों, दोवें हथ जोड़ो,
ਤੇ ਮਿਲਵੀਂ ਆਵਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਹਿਲੀ ਪੰਕਤੀ ਵਿੱਚ ਕੀ ਬਖਸ਼ਿਸ਼ ਕਰ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾ ਖੰਡ ਸੀ ਧਰਮ ਖੰਡ। ਵਿਚਾਰ ਤੁਸੀਂ ਸੁਣ ਚੁੱਕੇ ਹੋ। ਧਰਮ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਨਿਸ਼ਚਿਤ ਹੈ। ਜੇ ਬਹੁਤ ਸੌਖੇ ਜਿਹੇ ਸ਼ਬਦਾਂ ਵਿੱਚ ਸਮਝਣਾ ਹੋਵੇ ਨਾ, ਉਹ ਤੇ ਸਾਹਿਬ ਨੇ ਬਾਣੀ ਅੰਦਰ ਇੱਕ ਗੱਲ ਨਿਰਣਾ ਦੇ ਦਿੱਤਾ, ਡਿਸੀਜਨ ਦੇ ਦਿੱਤਾ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰ। ਔਰ ਸ੍ਰੇਸ਼ਟ ਧਰਮ ਕੀ ਹੈ? ਉਹ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਿਮਰ, ਤੇਰੇ ਕਰਮ ਨਿਰਮਲ ਹੋ ਜਾਣ। ਨਿਰਮਲ ਕਰਮ ਹੀ ਧਰਮ ਹੈ। ਜੇ ਤੇਰੇ ਕਰਮ ਨਿਰਮਲ ਨਹੀਂ, ਤੂੰ ਅਜੇ ਧਰਮ ਖੰਡ ਵਿੱਚ ਪ੍ਰਵੇਸ਼ ਨਹੀਂ ਕੀਤਾ। ਧਰਮ ਖੰਡ ਵਿੱਚ ਪ੍ਰਵੇਸ਼ ਕਰਨ ਦਾ ਭਾਵ ਹੈ ਕਿ ਬੰਦੇ ਦੇ ਕਰਮ ਨਿਰਮਲ ਹੋਣ ਲੱਗ ਜਾਣਗੇ, ਉਹਦੇ ਕਰਮ ਮੈਲ ਤੋਂ ਰਹਿਤ ਹੋਣ ਲੱਗ ਜਾਣਗੇ। ਔਰ ਧਰਮੀ ਬੰਦੇ ਕਦੇ ਸੰਸਾਰ ਵਿੱਚ ਜਨਮ ਮਰਨ ਵਿੱਚ ਨਹੀਂ ਪੈਂਦੇ। ਧਰਮੀ ਬੰਦਿਆਂ ਨੂੰ ਸੰਸਾਰ ਵਿੱਚ ਜੀਵਨ ਵਿਚਣ ਤੋਂ ਬਾਅਦ ਮੌਤ ਦਾ ਭੈ ਨਹੀਂ ਆਉਂਦਾ। ਕਿਉਂ? ਉਹਨਾਂ ਦੇ ਕਰਮ ਨਿਰਮਲ ਨੇ। ਉਹ ਉਸ ਕਲਾਸ ਵਿੱਚੋਂ ਪਾਸ ਹੁੰਦੇ ਨੇ। ਸਟੂਡੈਂਟ ਉਹੀਓ ਕਲਾਸ ਵਿੱਚ ਆਉਣ ਤੋਂ ਡਰਦਾ ਹੈ ਜਿਹਨੇ ਟੀਚਰ ਦਾ ਦਿੱਤਾ ਕੰਮ ਨਾ ਕੀਤਾ ਹੋਵੇ। ਜਿਹਨੇ ਟੀਚਰ ਦਾ ਪੜ੍ਹਾਇਆ ਹੋਇਆ ਸਬਜੈਕਟ, ਟੀਚਰ ਦਾ ਪੜ੍ਹਾਇਆ ਹੋਇਆ ਜੋ ਉਹਨੇ ਇੱਕ ਦਿਨ ਵਿੱਚ ਉਹਨੂੰ ਵਰਕ ਦਿੱਤਾ, ਉਹਨੇ ਕੀਤਾ ਨਹੀਂ, ਪੜ੍ਹਿਆ ਨਹੀਂ, ਉਹ ਬੱਚਾ ਕਲਾਸ ਵਿੱਚ ਆਉਣ ਤੋਂ ਵੀ ਡਰਦਾ ਹੈ ਤੇ ਪੇਪਰ ਨੇੜੇ ਆ ਜਾਣ ਤਾਂ ਵੀ ਡਰਦਾ ਹੈ। ਇਹ ਵੀ ਸੱਚ ਹੈ, ਉਹ ਪੇਪਰਾਂ 'ਚੋਂ ਫੇਲ ਵੀ ਹੁੰਦਾ ਹੈ। ਜਿਹੜੇ ਸਟੂਡੈਂਟ ਨੇ ਪੜ੍ਹਿਆ ਹੋਵੇ ਚਿੱਤ ਲਾ ਕੇ, ਸਟੂਡੈਂਟ ਨੇ ਪੜ੍ਹੇ ਟੀਚਰ ਦੇ ਪੜ੍ਹਾਏ ਹੋਏ ਸਬਜੈਕਟ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਹੋਵੇ ਨਾ, ਤੇ ਉਹਨੂੰ ਕਲਾਸ ਵਿੱਚ ਆਉਣ ਲੱਗਿਆਂ ਭੈ ਆਉਂਦਾ। ਉਹ ਕਲਾਸ ਵਿੱਚ ਆਉਂਦਾ ਤੇ ਚਿਹਰਾ ਖੁਸ਼ ਹੈ। ਕਦੇ ਉਹਦੇ ਮਨ ਵਿੱਚ ਇਹ ਖਿਆਲ ਨਹੀਂ ਆਏਗਾ ਕਿ ਅੱਜ ਛੁੱਟੀ ਹੋ ਜਾਏ, ਅੱਜ ਮੈਂ ਸਕੂਲ ਨਾ ਜਾਵਾਂ। ਕਿਉਂ? ਉਹਨੇ ਟੀਚਰ ਦੇ ਪੜ੍ਹਾਏ ਹੋਏ ਸਬਕ ਨੂੰ ਬਖੂਬੀ ਚੇਤੇ ਕੀਤਾ ਹੈ। ਉਹ ਪੇਪਰਾਂ ਤੋਂ ਘਬਰਾਏਗਾ ਨਹੀਂ। ਇਸੇ ਤਰ੍ਹਾਂ ਸਾਹਿਬ ਕਹਿੰਦੇ ਸੰਸਾਰ ਵਿੱਚ ਜਿਉਣ ਵਾਲੇ ਜਦੋਂ ਕਰਮ ਨਿਰਮਲ ਹੋ ਜਾਣ, ਤੇ ਨਿਰਮਲ ਕਰਮ ਵਾਲਿਆਂ ਦੀ ਰਸਨਾ ਤੋਂ ਸੰਸਾਰ ਲਈ ਇਹ ਉਪਦੇਸ਼ ਨਿਕਲਿਆ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਦੁਨੀਆ ਮੌਤ ਤੋਂ ਡਰਦੀ, ਪਰ ਜਪਣ ਵਾਲਿਆਂ ਨੂੰ ਆਨੰਦ ਕਿਉਂ? ਉਹਨੇ ਕਰਮ ਨਿਰਮਲ ਕੀਤੇ, ਧਰਮ ਖੰਡ ਵਿੱਚ ਪ੍ਰਵੇਸ਼ ਕਰ ਗਏ। ਉਹਨਾਂ ਨੂੰ ਸੰਸਾਰ ਛੱਡਣ ਲੱਗਿਆਂ ਡਰ ਨਹੀਂ ਹੈ। ਉਹਨਾਂ ਨੂੰ ਸੰਸਾਰ ਦੇ ਅੰਦਰ ਭੈ ਨਹੀਂ ਆਏਗਾ, ਕਿਉਂਕਿ ਕਰਮ ਨਿਰਮਲ ਹੋ ਗਏ। ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਗਿਆਨ ਖੰਡ ਵਿੱਚ ਪ੍ਰਵੇਸ਼ ਕਰਨ ਵਾਲਾ ਬੰਦਾ ਪ੍ਰਚੰਡ ਹੋ ਜਾਂਦਾ ਹੈ, ਪੱਕ ਜਾਂਦਾ ਹੈ ਉਸ ਕਰਮ ਤੇ। ਕਿਹੜੇ ਕਰਮ ਤੇ? ਕਿ ਆਹ ਪਰਮਾਤਮਾ ਦਾ ਧਰਮ ਹੈ, ਇਸ ਰਹਿਤ ਵਿੱਚੋਂ ਪੱਕਾ ਹੋ ਜਾਂਦਾ ਹੈ। ਇਟ ਮੀਨਸ ਉਹਨੂੰ ਗਿਆਨ ਆ ਗਿਆ। ਗਿਆਨ ਖੰਡ ਵਿੱਚ ਪ੍ਰਵੇਸ਼ ਕਰਨ ਤੋਂ ਭਾਵ ਹੈ ਉਹਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਧਰਮ ਨੂੰ ਐਕਸੈਪਟ ਕਰ ਲਿਆ ਔਰ ਪੱਕੇ ਰੂਪ ਵਿੱਚ ਉਹਨੇ ਮੰਨ ਲਿਆ, ਮੁਨੱਕਰ ਨਹੀਂ ਹੋ ਰਿਹਾ। ਦੇਖੋ ਦੋ ਤਰ੍ਹਾਂ ਦੀ ਬਿਰਤੀ ਹੈ। ਇੱਕ ਪਸ਼ੂਆਂ ਵਾਲੀ ਬਿਰਤੀ ਹੈ, ਕਰਮ ਪਸ਼ੂ ਵੀ ਕਰ ਰਹੇ ਨੇ, ਔਰ ਉਹ ਕਰਮ ਜਿਹੜੇ ਨੇ ਉਹਨਾਂ ਦੀ ਸੁਰਤੀ ਨੂੰ ਉਚਾਈ ਵੱਲ ਨਹੀਂ ਲੈ ਕੇ ਜਾਂਦੇ। ਭਾਵੇਂ ਉਹਨਾਂ ਦੇ ਕਰਮ ਅਹੰਕਾਰ ਰਹਿਤ ਨੇ, ਇਸ ਗੱਲ ਦੀ ਬੌਧਿਕ ਤਲ ਉਹਨਾਂ ਵਿੱਚ ਬੁੱਧੀ ਨਹੀਂ। ਮਨੁੱਖ ਦੇ ਅੰਦਰ ਬੁੱਧੀ ਹੈ। ਇਹ ਦੋ ਕਰਮ ਕਰਦਾ, ਜਾਂ ਤੇ ਨਿਵਾਣ ਵੱਲ ਮੈਲੇ ਕਰਮ ਕਰਕੇ ਜਾਏਗਾ, ਜਾਂ ਫਿਰ ਮਨੁੱਖ ਨਿਰਮਲ ਕਰਮ ਕਰਕੇ ਉਚਾਈ ਵੱਲ ਵੱਧਦਾ ਹੈ। ਔਰ ਜਿਹੜੇ ਪਸ਼ੂ ਬਿਰਤੀ ਵਾਲੇ ਪੰਛੀ ਨੇ, ਪਸ਼ੂ ਹੈ, ਵਨਸਪਤੀ ਹੈ, ਇਹ ਸਥਿਰ ਇਸ ਲਈ ਨੇ, ਨਾ ਇਹ ਨਿਰਮਲ ਕਰਮ ਵਿੱਚ ਨੇ, ਨਾ ਇਹ ਮੈਲ ਕਰਮ ਵਿੱਚ ਨੇ। ਇਹਨਾਂ ਅੰਦਰ ਕਰਤਾ ਭਾਵ ਨਹੀਂ ਹੈ। ਸਾਹਿਬ ਜੀ ਸਮਝਾਉਂਦੇ, ਭਲਿਆ ਗਿਆਨ ਖੰਡ ਦਾ ਭਾਵ ਹੈ ਤੇਰੀ ਸੁਰਤੀ ਹੁਣ ਧਰਮ ਤੋਂ ਅੱਗੇ ਤੁਰਨ ਲੱਗ ਗਈ। ਤੂੰ ਪ੍ਰਚੰਡ ਮੀਨਿੰਗ ਉਸ ਸੁਰਤੀ ਉੱਤੇ, ਉਸ ਤੇ ਪੱਕ ਗਿਆ। ਤੇਰੇ ਅੰਦਰ ਇਹ ਗੱਲ ਦ੍ਰਿੜ ਹੋ ਗਈ ਕਿ ਕਿਤੇ ਇੰਦ ਚੰਦ ਸੂਰ, ਕਿਤੇ ਮੰਡਲ ਦੇਸ, ਇਹ ਰੱਬ ਦਾ ਧਰਮ ਸੀ ਤੇ ਤੇਰੇ ਅੰਦਰ ਪ੍ਰਚੰਡ ਹੋ ਗਿਆ, ਤੈਨੂੰ ਗਿਆਨ ਹੋ ਗਿਆ। ਗਿਆਨ ਖੰਡ ਵਿੱਚ ਪ੍ਰਵੇਸ਼ ਕਰਨਾ ਕਿ ਮਨ ਉਸ ਜਗ੍ਹਾ ਤੇ ਪ੍ਰਚੰਡ ਹੋ ਗਿਆ, ਪੱਕ ਗਿਆ ਗੁਰੂ ਦੀ ਰਹਿਤ ਵਿੱਚ।
ਹੁਣ ਮਨ ਬੁਰੇ ਪਾਸੇ ਨਹੀਂ ਵੇਖਦਾ। ਇਹ ਸੱਚ ਹੈ। ਜਦੋਂ ਮਨ ਗਿਆਨ ਖੰਡ ਵਿੱਚ ਪੱਕ ਜਾਏ ਉਦੋਂ ਨੇਤਰ ਮਨ ਦਾ ਕਹਿਣਾ ਮੰਨਣ ਲੱਗ ਜਾਂਦੇ। ਖਿਆਲ ਕਰਿਓ, ਆਪਾਂ ਸਾਰੇ ਇਸ ਰਸਤੇ ਤੇ ਤੁਰਨ ਵਾਲੇ ਕਈ ਵਾਰ ਆਪਣੇ ਜਿਹੜੇ ਨੇਤਰ ਨੇ, ਅੱਖਾਂ ਨੇ, ਉਹ ਫਜ਼ੂਲ ਤੱਕ ਰਹੀਆਂ ਨੇ। ਹਾਲਾਂਕਿ ਇਸ ਚੀਜ਼ ਨੂੰ ਸੰਸਾਰ ਵਿੱਚ ਇਹਨੂੰ ਬਹੁਤਾ ਵੇਖਣ ਦੀ ਜ਼ਰੂਰਤ ਨਹੀਂ, ਫਿਰ ਵੀ ਅੱਖਾਂ ਫਜ਼ੂਲ ਵੇਖ ਰਹੀਆਂ ਨੇ ਕਿਉਂਕਿ ਗਿਆਨ ਨਹੀਂ। ਜਿੱਦਣ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦਾ ਉਦਣ ਉਹ ਵੇਖ ਕੇ ਕਹਿੰਦਾ ਮੇਰਾ ਇਹਦੇ ਨਾਲ ਮਤਲਬ ਹੀ ਨਹੀਂ। ਉਹਦੇ ਸਰੀਰਕ ਨੇਤਰ ਉਨੇ ਕੁ ਉੱਚੇ ਉੱਠਣਗੇ ਜਿੰਨਾ ਕੋ ਨੂੰ ਸੰਸਾਰੀ ਰਸਤਾ ਦਿਸਦਾ ਰਹੇ, ਉਹ ਕਿਸੇ ਵਿੱਚ ਟਕਰਾ ਨਾ ਜਾਏ। ਇਹ ਤੋਂ ਇਲਾਵਾ ਕੌਣ ਖਲੋਤਾ ਹੈ, ਕੌਣ ਕੀ ਕਰ ਰਿਹਾ ਹੈ, ਇਸ ਗੱਲ ਨਾਲ ਮਨ ਦਾ ਸੰਬੰਧ ਨਹੀਂ ਰਿਹਾ ਕਿਉਂਕਿ ਹੁਣ ਨੇਤਰ ਵੀ ਮਨ ਦਾ ਕਹਿਣਾ ਮੰਨਣ ਲੱਗ ਪਏ। ਇਟ ਮੀਨਸ ਗਿਆਨ ਖੰਡ ਵਿੱਚ ਪ੍ਰਚੰਡ ਕਰ ਗਿਆ। ਕੰਨ ਜਿਹੜੇ ਨੇ ਫਜ਼ੂਲ ਕਿਸੇ ਦੀ ਨਿੰਦਿਆ ਸੁਣ ਰਹੇ ਨੇ, ਉਸ ਗੱਲ ਨਾਲ ਸਾਡਾ ਮਤਲਬ ਨਹੀਂ, ਪਰ ਫਿਰ ਵੀ ਸੁਣ ਰਹੇ ਨੇ। ਸਾਹਿਬ ਕਹਿੰਦੇ ਨੇ ਇਟ ਮੀਨਸ ਅਜੇ ਗਿਆਨ ਖੰਡ ਵਿੱਚ ਪ੍ਰਵੇਸ਼ ਨਹੀਂ ਕੀਤਾ। ਜਿੱਦਣ ਗਿਆਨ ਖੰਡ ਪ੍ਰਚੰਡ ਹੋਏਗਾ ਉਦਣ ਉਹੀਓ ਗੱਲ ਤੈਨੂੰ ਸੁਣਾਈ ਦੇਗੀ ਜਿਹੜਾ ਤੇਰਾ ਗੁਰੂ ਦਾ ਤੇਰੇ ਦਾ ਹੁਕਮ ਹੈ। ਉਹ ਭਲਿਆ ਫਜ਼ੂਲ ਨਿੰਦਿਆ ਚੁਗਲੀ ਨਹੀਂ। ਕੋਈ ਤੈਨੂੰ ਸੁਣਾਵੇ ਵੀ ਤਾਂ ਵੀ ਗਿਆਨ ਖੰਡ ਵਿੱਚ ਪੱਕਣ ਵਾਲੇ ਕਹਿੰਦੇ ਨੇ ਭਾਈ ਇਹ ਅਕਾਲ ਪੁਰਖ ਰੱਬ ਦੇ ਹੁਕਮ ਵਿੱਚ ਹੈ, ਜੋ ਕਰ ਰਿਹਾ ਆਪੇ ਹੀ ਭੋਗੇਗਾ। ਉਹ ਕਿਸੇ ਦੇ ਕਰਮ ਵਿੱਚ ਨਿੰਦਿਆ ਵਿੱਚ ਦਖਲ ਨਹੀਂ ਦਿੰਦੇ। ਉਹਨਾਂ ਦਾ ਮਨ ਦ੍ਰਿੜਤਾ ਵਿੱਚ ਪੱਕ ਗਿਆ। ਅਸਲ ਵਿੱਚ ਗਿਆਨ ਖੰਡ ਵਿੱਚ ਪ੍ਰਵੇਸ਼ ਕਰਨ ਵਾਲੇ ਨੇ ਹੁਣ ਯਾਤਰਾ ਸ਼ੁਰੂ ਕੀਤੀ ਹੈ। ਧਰਮ ਖੰਡ ਤੋਂ ਗਿਆਨ ਖੰਡ ਵਿੱਚ ਆਇਆ ਤੇ ਯਾਤਰਾ ਸ਼ੁਰੂ ਹੋ ਗਈ। ਨੇਤਰ ਵਸ ਵਿੱਚ ਆਉਣ ਲੱਗ ਪਏ, ਜੇਬਾ ਫਜ਼ੂਲ ਬੋਲਣੋਂ ਹਟ ਗਈ, ਕੰਨਾਂ ਸੰਸਾਰ ਦੀ ਹੁਣ ਨਿੰਦਿਆ ਨਹੀਂ ਸੁਣਦੇ। ਇਹਨਾਂ ਨੂੰ ਗੁਰੂ ਦਾ ਗਿਆਨ ਬੌਧਿਕ ਤਲ ਵਿੱਚ ਪ੍ਰਚੰਡ ਹੋ ਗਿਆ। ਇਹਨੂੰ ਹਰ ਪਲ ਚੇਤੇ ਰਹਿੰਦਾ ਕਿ ਇਹ ਸਰਵਣੋ ਮੇਰਿਓ ਸੱਚੈ ਸੁਣੈ ਨੋ ਪਠਾਏ। ਇਹਨੂੰ ਪ੍ਰਚੰਡ ਹੋ ਗਿਆ ਕਿ ਸੱਚੈ ਸੁਣੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹਨੂੰ ਹੁਣ ਚੇਤੇ ਹੈ। ਤੇ ਜਦੋਂ ਮਨ ਪ੍ਰਚੰਡ ਕਰ ਜਾਏ, ਪੱਕ ਜਾਏ ਗਿਆਨ ਖੰਡ ਵਿੱਚ, ਉਦੋਂ ਕੰਨ ਬੁਰਾ ਸੁਣਨੋਂ ਹਟ ਜਾਣਗੇ, ਨੇਤਰ ਬੁਰਾ ਵੇਖਣੋਂ ਹਟ ਜਾਣਗੇ, ਜ਼ਬਾਨ ਫਜ਼ੂਲ ਬੋਲਣੋਂ ਹਟ ਜਾਏਗੀ। ਇਹ ਜਦੋਂ ਵੀ ਰਸਨਾ ਤੋਂ ਬੋਲੇਗਾ ਸਤਨਾਮ ਸ੍ਰੀ ਵਾਹਿਗੁਰੂ, ਇਹਦੀ ਰਸਨਾ ਉੱਤੇ ਸਤ ਆ ਜਾਏਗਾ। ਸਾਹਿਬ ਕਹਿੰਦੇ ਨੇ ਗਿਆਨ ਖੰਡ ਵਿੱਚ ਪ੍ਰਵੇਸ਼ ਕਰਨ ਦਾ ਭਾਵ ਹੈ ਕਿ ਤੇਰੀ ਅਵਸਥਾ ਧਰਮ ਖੰਡ ਤੋਂ ਯਾਤਰਾ ਸ਼ੁਰੂ ਹੋਈ। ਹੁਣ ਗਿਆਨ ਵਿੱਚ ਪ੍ਰਚੰਡ ਹੋਣ ਲੱਗ ਗਿਆ। ਹੁਣ ਨੇਤਰ ਫਜ਼ੂਲ ਨਹੀਂ ਚੱਲਣਗੇ, ਜੇਬਾ ਫਜ਼ੂਲ ਨਹੀਂ ਬੋਲੇਗੀ, ਕੰਨ ਫਜ਼ੂਲ ਸੁਣਨਗੇ ਨਹੀਂ। ਇਹ ਵੀ ਸੱਚ ਹੈ, ਤੇਰੇ ਪੈਰ ਵੀ ਹੁਣ ਚੰਗੇ ਕਰਮ ਵਾਸਤੇ ਤੁਰਨਗੇ, ਮਾੜੇ ਪਾਸੇ ਨਹੀਂ ਤੁਰਨਗੇ ਕਿਉਂਕਿ ਗਿਆਨ ਪ੍ਰਚੰਡ ਹੋਣ ਲੱਗ ਗਿਆ। ਮਨ ਨੂੰ ਇੰਝ ਹੈ, ਜਪ ਤੇ ਤਪ ਦੋਵੇਂ ਸ਼ਬਦ ਕਈ ਵਾਰ ਆਪਾਂ ਇਕੱਠੇ ਵਰਤਦੇ ਹਾਂ। ਜਪਦੇ ਆ ਧਰਮ ਖੰਡ ਤੋਂ ਗਿਆਨ ਖੰਡ ਵੱਲ ਵਧੀ ਸੁਰਤ, ਤੇ ਜਦੋਂ ਜਪ ਸ਼ੁਰੂ ਹੋਏਗਾ ਉਦੋਂ ਤਪ ਮੀਨਿੰਗ ਤਪਸ਼ ਲੱਗਣੀ ਜਿਹੜੀ ਮਨ ਨੂੰ ਹੈ, ਪ੍ਰਭਾਵ ਮਿਲਣਾ ਸ਼ੁਰੂ ਹੋਏਗਾ। ਉਸ ਪ੍ਰਭਾਵ ਦਾ ਅਸਰ ਵੇਖਿਓ ਕੀ ਹੈ। ਇੱਕ ਪਾਣੀ ਜਿਹੜਾ ਸੀ ਉਹ ਸਟਿਲ ਬਰਫ਼ ਬਣ ਕੇ ਜੰਮਿਆ ਪਿਆ ਸੀ ਬਰਫ਼ ਦੇ ਰੂਪ ਵਿੱਚ। ਜਦੋਂ ਉਹਨੂੰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਜਿਵੇਂ ਜਿਵੇਂ ਬਰਫ਼ ਉੱਤੇ ਥੋੜੀ ਥੋੜੀ ਤਪਸ਼ ਤੇ ਹਵਾ ਲੱਗਣੀ ਸ਼ੁਰੂ ਹੋਵੇ, ਉਹ ਬਰਫ਼ ਪਿਘਲਣੀ ਸ਼ੁਰੂ ਹੁੰਦੀ ਹੈ। ਇੱਕ ਜਗ੍ਹਾ ਤੇ ਟਿਕਿਆ ਹੋਇਆ ਬਰਫ਼ ਦਾ ਉਹ ਗੋਲਾ ਜਦੋਂ ਪਿਘਲਣਾ ਸ਼ੁਰੂ ਹੋ ਜਾਏ ਤੇ ਯਾਤਰਾ ਸ਼ੁਰੂ ਕਰ ਦਿੰਦਾ ਹੈ। ਬਰਫ਼ ਯਾਤਰਾ ਨਹੀਂ ਕਰਦੀ, ਬਰਫ਼ ਆਪਣੇ ਆਪ ਵਿੱਚ ਜੰਮੀ ਹੋਈ ਇੱਕ ਜਗ੍ਹਾ ਤੇ ਸਟਿਲ ਪੱਥਰ ਹੈ। ਜਦੋਂ ਉਹਨੂੰ ਹਵਾ ਪੈਣੀ ਸ਼ੁਰੂ ਹੋਈ, ਸੂਰਜ ਦੀਆਂ ਕਿਰਨਾਂ ਦੀ ਤਪਸ਼ ਸ਼ੁਰੂ ਹੋਈ, ਉਸ ਬਰਫ਼ ਨੇ ਯਾਤਰਾ ਸ਼ੁਰੂ ਕੀਤੀ। ਉਹ ਪਾਣੀ ਬਣ ਕੇ ਤੁਰਨਾ ਸ਼ੁਰੂ ਹੋਇਆ, ਬਰਫ਼ ਪਿਘਲਦੀ ਗਈ, ਪਾਣੀ ਦੀ ਯਾਤਰਾ ਤੇਜ਼ ਹੁੰਦੀ ਗਈ। ਤੇ ਖਿਆਲ ਕਰਿਓ ਅਜੇ ਧਰਤੀ ਦੇ ਤਲ ਤੇ ਯਾਤਰਾ ਹੋ ਰਹੀ ਹੈ। ਧਰਤੀ ਤੇ ਤੁਰਨ ਵਾਲਿਆ, ਅਜੇ ਤੇਰੀ ਮੰਜ਼ਿਲ ਜਿਹੜੀ ਉਹ ਧਰਤੀ ਤੇ ਨਹੀਂ ਆਏਗੀ। ਮਹਾਰਾਜ ਕਿਉਂ? ਕਹਿੰਦੇ ਸੰਸਾਰ ਵਿੱਚ ਤੇ ਸੰਸਾਰ ਦੇ ਲੱਖਾਂ ਲੋਕ ਤੁਰ ਰਹੇ ਨੇ। ਗਿਆਨ ਖੰਡ ਵਿੱਚ ਪ੍ਰਵੇਸ਼ ਕਰਕੇ ਤੂੰ ਦਾਨੀ ਬਣ ਗਿਆ, ਯਾਤਰਾ ਸ਼ੁਰੂ ਹੋ ਗਈ। ਗਿਆਨ ਖੰਡ ਵਿੱਚ ਪ੍ਰਵੇਸ਼ ਕੀਤਾ, ਧਰਮ ਦਾ ਪਤਾ ਲੱਗਾ, ਤੂੰ ਪੂਜਾ ਪਾਠ ਕਰਨ ਲੱਗ ਪਿਆ, ਯਾਤਰਾ ਸ਼ੁਰੂ ਹੋ ਗਈ। ਪਰ ਪੂਜਾ ਪਾਠ ਮੰਜ਼ਿਲ ਨਹੀਂ ਹੈ। ਪੁੰਨ ਦਾਨ ਕਰਨਾ ਤੈਨੂੰ ਮੰਜ਼ਿਲ ਤੇ ਨਹੀਂ ਪਹੁੰਚਾਏਗਾ।
महाराज फिर कहन लगे ते वो हालात ने जिवें एक जम्मी हुई बर्फ का गोला हवा ते थोड़ी जे सूरज दीयां किरणां पईयां पिघल के पानी बनिया ते उन्हें यात्रा शुरू कर दी। पानी तुरन लग पिया धरती ते, पर धरती ते तुरना उहदी मंजिल नहीं है। धरती ते तुरदियां उहनूं बहुत साल लग जाणगे, शायद समुंदर तक पहुंचे या ना पहुंचे, शायद ओदी यात्रा। ये सच है कि जीवन जिंदगी दे सवास मुक जाण ते यात्रा अधूरी रह जाए। ये भी वापरदा अपने जीवन में। पूजा पाठ करना शुरू किया, अजे इंद्रे सुधरे नहीं, अजे मन वस विच नहीं आया, अजे सुरत घड़ी नहीं गई, अजे बुद्ध घड़ी नहीं गई, अजे सिर्फ उन्हें यात्रा शुरू की ते कई बार जीवन की कहानी खत्म हो गई, श्वास मुक गए, उन्होंने दोबारा फिर उत्थों यात्रा शुरू करनी पेगी। महाराज मंजिल ते कौन पहुँचता है? जिमें जिमें अगे अवस्था बदलती जाएगी। साहब कहते ज्ञान खंड तो बाद तेरे जीवन के अंदर श्रम खंड आएगा। जदों मेहनत का खंड, श्रम का खंड शुरू होया, भलिया ये अवस्था बदलेगी। जेड़ा पानी कला पिघल के यात्रा शुरू की सी ना, बर्फ पिघल गई, पानी की यात्रा तेज हुई, सूरज दीयां किरणां दी तपश वधी, ते जदों सूरज की तपश वधेगी उदों पानी जिहड़ा धरती तो वाशव बन के उड़ना शुरू हो जाएगा। गुरु का नाम जपदियां जदों तू सख्त करड़ी घालना घालेगा, हुण तैनूं अमृत वेले कोई उठाउंदा नहीं, अपने आप उठदा है। हुण तैनूं नितनेम चेते नहीं कोई कराउंदा, अपने आप हो रहा है। हुण तैनूं वाहिगुरु भी चेते करके नहीं कहना पैंदा, सुरती आप कह रही है। जदों तेरा जप तप वधेगा ते सुरती जिवें पानी वाशव बन के आसमान वल उड़दा है, ऐदां तेरी सुरत संसार तो उच्ची उठ जाएगी। हुण तू संसार विच शरीर करके जुड़ेगा, पर सुरती करके संसार विच नहीं। हुण तेरी मत बुद्ध सुरत सब कुछ घड़िया गया। इहदा भाव एको ही होया कि शरीर संसार विच है, सुरत निरंकार विच है। हुण सुरत करके ना तैनूं दुख होएगा, ना तैनूं सोग होएगा, ना तैनूं रोग व्यापेगा। सुरती करके उच्चा उठिया, ये सच है। इन्हां नेत्रां नाल दिसण वाला संसार निरंकार बन गया। सुरती करके उच्चा उठिया ते मन विच वसी हुई रब दी जोत तैनूं नज़र पै गई। भाई नंद लाल साहब एक गल बड़ी प्यारी लिखदे, कहंदे दिल अगर दाना बवद, जिदन तेरा दिल घड़िया गया, जिदन तेरी सुरत घड़ी गई, जिदन ज्ञान खंड विच प्रवेश करके तू सुरती करके उच्चा उठिया, उदन पता की होएगा? दिल अगर दाना बवद, अंदर किनार शियार हस्त, कहंदे चश्म गर बीना बवद, हर तरफ दीदार हस्त। ओ तेरा दिल जिदन संसारी सुरत उच्ची उठ गई, उदन तैनूं अंदरों दिस पैगा। जिदन नेत्र शुद्ध हो गए, उदन जेदे वल वेखेगा हर विचों रब दिसेगा। चश्म गर बीना बवद, तेरियां अखां शुद्ध हो गईयां ते महाराज फिर की होएगा? भाई नंद लाल साहब कहते हर तरफ दीदार हस्त। फिर जिधर देखेगा एक गल तैनूं ओ सुरती उस अवस्था ते जाके समझ आएगी कि अब्बले अल्लाह नूर पाया, कुदरत के सब बंदे, एक नूर ते सब जग उपजया, कौन भले को मंदे। ये शब्द जिहड़े ने जदों सुरती उस लैवल ते पहुंचेगी उदों समझ पैगी। हुण ते सका भरा बंदे नूं अपना बैरी लगदा है, तुसीं गैर नूं किवें मित्र समझ लओगे? अपने सकियां नाल बैर पा के बैठे आ ते दूजे धर्म दा, दूजे मजहब दा, दूजी बोली दा, दूजे देश दा बंदा होवे, वो सुरती किन्नी उच्ची होएगी जिहड़ी ये गल कह के कुदरत के सब बंदे। अजे ते सुरती संसार विच गलतान है, अजे आपां नूं दुश्मन दुश्मन दिसदा है, माड़े बंदे विचों माड़े गुण दिसदे ने। ये सच है। अजे कोई दस दवे कि फलाने बंदे विच आ औगण है, तुसीं नफरत करन लग जांदे। अजे पता लग जाए कि फलाने बंदे विच आ कमी है, कल नूं तुहाडी बोली बदल जाएगी। अज आपां किसी होर तरीके नाल उहनूं बुला रहे हैं, कल नूं पता लग जाए बंदे ने बैंक का करजा देना, तुहाडी बोली बदल जाएगी। संसार अजे इस लैवल ते सुरत खलोती है। जदों सुरती उपर उठ जाएगी,
ਉੱਥੇ ਭਿਖਾਰੀ ਵੀ ਇੱਕੋ ਜਿਹਾ, ਦਾਨੀ ਵੀ ਇੱਕੋ ਜਿਹਾ, ਰਾਜਾ ਵੀ ਇੱਕੋ ਜਿਹਾ, ਕੰਗਾਲ ਵੀ ਇੱਕੋ ਜਿਹਾ। ਸਾਹਿਬ ਕਹਿੰਦੇ ਇਹ ਸੁਰਤ ਘੜੀ ਜਾਏਗੀ ਉਹ ਭਲਿਆ ਉਦੋਂ ਜਦੋਂ ਧਰਮ ਦੀ ਦੁਨੀਆ ਚੋਂ ਗਿਆਨ ਖੰਡ ਵਿੱਚ ਜਾਏਗਾ। ਅਜੇ ਧਰਮ ਦੀ ਦੁਨੀਆ ਚੋਂ ਤੂੰ ਗਿਆਨ ਖੰਡ ਵਿੱਚ ਪ੍ਰਵੇਸ਼ ਕਰਨਾ ਹੈ। ਮਹਾਰਾਜ ਉੱਥੇ ਕੀ ਹੋਏਗਾ? ਕਹਿੰਦੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਗੁਰੂ ਦਾ ਗਿਆਨ ਤੇਰੇ ਅੰਦਰ ਪ੍ਰਚੰਡ ਮੀਨਿੰਗ ਪੱਕੇ ਰੂਪ ਵਿੱਚ ਟਿਕ ਜਾਏਗਾ। ਹੁਣ ਉਸ ਗਿਆਨ ਤੋਂ ਤੈਨੂੰ ਕੋਈ ਪਾਸੇ ਨਹੀਂ ਕਰ ਸਕਦਾ। ਤੈਨੂੰ ਕੋਈ ਲੱਖ ਇਹ ਗੱਲ ਕਹੇ, ਆ ਖਿਆਲ ਕਰਿਓ, ਕਈ ਬੰਦੇ ਐਸੇ ਨੇ ਜਿਹੜੇ ਆਸਥਾ ਦੇ ਰਸਤੇ ਤੇ ਤੁਰਦੇ ਤੁਰਦੇ ਨਾਸਤਕ ਹੋ ਜਾਂਦੇ। ਧਰਮੀ ਹੁੰਦੇ ਨੇ, ਧਰਮ ਦੇ ਰਸਤੇ ਤੇ ਤੁਰਦੇ ਤੁਰਦੇ ਕੁਕਰਮ ਕਰਨ ਲੱਗ ਜਾਣਗੇ। ਸੱਚ ਦੇ ਰਸਤੇ ਤੇ ਤੁਰਦੇ ਤੁਰਦੇ ਝੂਠ ਦੇ ਰਸਤੇ ਤੇ ਤੁਰ ਜਾਣਗੇ। ਕਿਉਂ? ਕੁਝ ਸੰਗੀ ਐਸੇ ਮਿਲ ਗਏ ਜਿਨ੍ਹਾਂ ਨੇ ਇਹ ਗੱਲ ਕਹੀ, ਉਹ ਐਵੇਂ ਤੇ ਕਹਿਣ ਦੀਆਂ ਗੱਲਾਂ ਨੇ। ਸ਼ਰਾਬ ਵਿੱਚ ਕੀ ਰੱਖਿਆ? ਨੁਕਸਾਨ ਤੇ ਤਾਂ ਆ ਜੇ ਤੁਸੀਂ ਪੀ ਕੇ ਕਿਸੇ ਦਾ ਮਾੜਾ ਕਰੋ, ਉਹਨਾਂ ਦਾ ਲੈਕਚਰ ਤੁਹਾਡਾ ਜੀਵਨ ਬੁਰੇ ਪਾਸੇ ਲਾ ਦੇਗਾ। ਉਹ ਬੰਦੇ ਕਹਿਣਗੇ ਜਵਾਂ ਦਾ ਰਸਾ ਸ਼ਰਾਬ ਹੀ ਨਹੀਂ ਪੀਣੀ, ਬੀਅਰ ਤੇ ਪੀ ਲੈਣੀ ਚਾਹੀਦੀ ਹੈ। ਮਾਫ ਕਰਿਓ, ਧਰਮ ਦੇ ਰਸਤੇ ਤੇ ਤੁਰਿਆ ਤੁਰਿਆ ਕੁਕਰਮ ਦੇ ਰਸਤੇ ਤੇ ਤੁਰ ਪਏਗਾ। ਕਿਉਂਕਿ ਗਿਆਨ ਪ੍ਰਚੰਡ ਨਹੀਂ ਹੋਇਆ। ਜਿੱਦਣ ਗਿਆਨ ਪ੍ਰਚੰਡ ਹੋਇਆ ਉਹਨੂੰ ਸੱਚ ਤੋਂ ਕੋਈ ਤੋੜ ਨਹੀਂ ਸਕੇਗਾ। ਕਰੀਏ ਗੁਰ ਵਿਚਾਰ